ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਅੱਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਿਤ ਕਰਮ ਕਿਰਿਆ ਅਨੰਦਪੁਰ ਸਾਹਿਬ ਦੇ ਵਿੱਚ ਜੋ ਨਿਤ ਦੀ ਕਿਰਿਆ ਕਰਮ ਕਿਸ ਤਰ੍ਹਾਂ ਕਰਦੇ ਹੁੰਦੇ ਸੀ, ਕਿਸ ਤਰ੍ਹਾਂ ਸੰਗਤ ਨੂੰ ਮਿਲਦੇ ਸੀ, ਕਿਵੇਂ ਰਾਜਿਆਂ ਮਹਾਰਾਜਿਆਂ ਨੂੰ ਮਿਲਦੇ ਸੀ। ਅੱਜ ਕਥਾ ਵਿਚਾਰ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਨਵਾਂ ਚੈਨਲ ਆ ਬਾਬਾ ਭਾਈ ਸੁਖਰਾਮ ਜੀ, ਤੇ ਲਾਇਕ ਵੀ ਕਰਿਓ, ਸਬਸਕ੍ਰਾਈਬ ਵੀ ਕਰ ਦਿਓ, ਸ਼ੇਅਰ ਵੀ ਕਰਿਓ ਅੱਗੇ ਮੇਰੇ ਵੀਰ। ਇਹ ਕਥਾ ਜ਼ਰੂਰ ਸੁਣਿਆ ਕਰੋ ਮੇਰੇ ਵੀਰ, ਸੁਣਨ ਵਾਲੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਹੈ। ਹੁਣ ਸੰਸਾਰ ਦੀਆਂ ਜਿੰਨੀ ਵੀ ਮਹਾਨ ਮਨੁੱਖ ਹਸਤੀਆਂ ਹੁੰਦੀਆਂ ਹੋਈਆਂ ਹਨ, ਉਹਨਾਂ ਦੇ ਜੀਵਨ ਚਰਿੱਤਰ ਨੂੰ ਵਿਚਾਰੀਏ ਤਾਂ ਇਸ ਗੱਲ ਦਾ ਪਤਾ ਲੱਗਦਾ ਕਿ ਸਾਰੇ ਕਿਸੇ ਮਰਜ਼ਾਦਾ ਜਾਂ ਨੇਮ ਨਾਲ ਜੀਵਨ ਦੇ ਕੰਮਾਂ ਨੂੰ ਕਰਦੇ ਹਨ। ਨੇਮ ਨਾਲ ਕੀਤੇ ਕੰਮ ਸਦਾ ਸੰਪੂਰਨ ਹੁੰਦੇ ਹਨ ਅਤੇ ਉਹਨਾਂ ਦੇ ਕਰਨ ਵਿੱਚ ਕੋਈ ਔਕੜ ਵੀ ਪੇਸ਼ ਨਹੀਂ ਸੀ ਆਉਂਦੀ। ਹੁਣ ਸਤਿਗੁਰੂ ਗੋਬਿੰਦ ਰਾਏ ਜੀ ਮਹਾਰਾਜ ਛੋਟੀ ਉਮਰ ਤੋਂ ਹੀ ਪਹਿਲੇ ਸਤਿਗੁਰੂ ਸਾਹਿਬਾਨਾਂ ਦੇ ਸਮਾਨ ਹਰ ਕਰਮ ਨੂੰ ਮਰਜ਼ਾਦਾ ਨਾਲ ਕਰਨ ਲੱਗੇ। ਅੰਮ੍ਰਿਤ ਵੇਲੇ ਉੱਠਦੇ ਅਤੇ ਥੋੜ੍ਹਾ ਚਿਰ ਬਾਹਰ ਫਿਰ ਕੇ ਇਸ਼ਨਾਨ ਕਰਦੇ ਤੇ ਪਦ ਬਾਸਣ ਕਰਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ। ਪਾਰ ਬ੍ਰਹਮ ਦਾ ਧਿਆਨ ਧਰਨ ਪਿੱਛੋਂ ਸ੍ਰੀ ਜਪਜੀ ਸਾਹਿਬ ਦੇ ਹੋਰ ਬਾਣੀਆਂ ਦਾ ਪਾਠ ਕਰਕੇ ਵਸਤਰ ਬਦਲ ਕੇ ਸ਼ਸਤਰ ਤੇ ਭੂਖਣ ਸਜਾ ਕੇ ਦੀਵਾਨ ਵਿੱਚ ਬਿਰਾਜਮਾਨ ਹੁੰਦੇ। ਸਿੱਖ ਗੁਰਬਾਣੀ ਦਾ ਅਖੰਡ ਕੀਰਤਨ ਕਰਦੇ। ਸਤਿਗੁਰੂ ਜੀ ਕੀਰਤਨ ਸਰਵਣ ਕਰਦੇ ਰਹਿੰਦੇ। ਕੀਰਤਨ ਦੇ ਭੋਗ ਦੇ ਪਿੱਛੋਂ ਸਿੱਖੀ ਦੀ ਪਹੁਲ ਬਖਸ਼ੀ ਜਾਂਦੀ। ਜੋ ਨਵੇਂ ਪੁਰਾਣੀ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕਰਨ ਵਾਸਤੇ ਆਉਂਦੇ, ਉਹਨਾਂ ਨੂੰ ਉਪਦੇਸ਼ ਦਿੱਤਾ ਜਾਂਦਾ। ਦੁਪਹਿਰ ਦਾ ਲੰਗਰ ਤਿਆਰ ਹੋ ਜਾਂਦਾ। ਨਿਗਾਰਾ ਵਜਾ ਕੇ ਲੰਗਰ ਵਰਤਾਇਆ ਜਾਂਦਾ। ਉਸ ਦੇ ਪਿੱਛੋਂ ਮਹਾਰਾਜ ਮਹਿਲਾਂ ਵਿੱਚ ਜਾਂਦੇ ਤੇ ਥੋੜ੍ਹਾ ਚਿਰ ਆਰਾਮ ਕਰਨ ਦੇ ਪਿੱਛੋਂ ਸ਼ਿਕਾਰ ਖੇਡਣ ਚਲੇ ਜਾਂਦੇ। ਰਹਿ ਰਾਸ ਦੇ ਸਮੇਂ ਥੋੜ੍ਹਾ ਚਿਰ ਆਰਾਮ ਕਰਨ ਰਹਿ ਰਾਸ ਦੇ ਸਮੇਂ ਤੋਂ ਪਹਿਲਾਂ ਸ਼ਿਕਾਰ ਤੋਂ ਵਾਪਸ ਆ ਜਾਂਦੇ। ਰਹਿ ਰਾਸ ਦੇ ਪਾਠ ਪਿੱਛੋਂ ਵਿੱਦਿਆ ਪੜ੍ਹਨ ਲਿਖਣ ਦਾ ਅਭਿਆਸ ਹੁੰਦਾ। ਕਿੰਨੀ ਰਾਤ ਗਈ ਤੱਕ ਇਕਾਂਤ ਵਿੱਚ ਗ੍ਰੰਥਾਂ ਨੂੰ ਵਿਚਾਰਦੇ ਰਹਿੰਦੇ। ਫਾਰਸੀ ਦੀਆਂ ਵੱਡੀਆਂ ਕਿਤਾਬਾਂ ਤੋਂ ਬਿਨਾਂ ਹਿੰਦੂ ਧਰਮ ਅਤੇ ਇਤਿਹਾਸ ਦੇ ਗ੍ਰੰਥਾਂ ਨੂੰ ਬਹੁਤ ਗੌਰ ਨਾਲ ਪੜ੍ਹਦੇ। ਬਚਪਨ ਤੋਂ ਹੀ ਸਤਿਗੁਰੂ ਜੀ ਦਾ ਜੀਵਨ ਐਸਾ ਰੁਝੇਵੇਂ ਵਾਲਾ ਸੀ ਕਿ ਘੜੀ ਪਲ ਆਰਾਮ ਕਰਨ ਤੋਂ ਬਿਨਾਂ ਮਹਾਰਾਜ ਕਦੀ ਵਿਹਲੇ ਨਹੀਂ ਸਨ ਰਹਿੰਦੇ। ਕੰਮ ਬਹੁਤੇ ਸਨ ਤੇ ਦਿਨ ਛੋਟੇ। ਜਵਾਨਾਂ ਨੂੰ ਵਿੱਦਿਆ ਤੇ ਸ਼ਾਸਤਰ ਵਿੱਦਿਆ ਸਿਖਾਉਣ ਦਾ ਵੀ ਪੂਰਾ ਪ੍ਰਬੰਧ ਕਰਦੇ ਰਹਿੰਦੇ ਸਨ। ਹਿੰਦੁਸਤਾਨ ਦੇ ਇਤਿਹਾਸ, ਪੁਰਾਣ, ਵੇਦ ਆਦਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਪੜ੍ਹਨ ਦੀ ਤੀਬਰ ਇੱਛਾ ਤੇ ਕਾਹਲ ਸੀ।
ਪਿਛਲੇ ਸਤਿਗੁਰੂ ਸਾਹਿਬਾਂ ਦਾ ਜੀਵਨ ਇਤਿਹਾਸ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਨਾ ਤੇ ਵਿਚਾਰਨਾ ਸੀ। ਮੁਰਦਾ ਹੋ ਚੁੱਕੇ ਹਿੰਦ ਦੇ ਨੌਜਵਾਨਾਂ ਵਿੱਚ ਬਹਾਦਰੀ ਤੇ ਅਣਖ ਵਾਸਤੇ ਰੂਹ ਫੂਕਣੀ, ਜੀਵਨ ਨਿਸ਼ਾਨੇ ਵਿੱਚ ਸਫਲਤਾ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਜੀ ਸਮੇਂ ਦੇ ਨਿੱਕੇ ਨਿੱਕੇ ਹਿੱਸੇ ਨੂੰ ਵੀ ਕੀਮਤੀ ਸਮਝਦੇ ਸਨ। ਸਿਆਣੇ ਪੁਰਖ ਸਦਾ ਸਮੇਂ ਦੀ ਕਦਰ ਤੇ ਸਮੇਂ ਨੂੰ ਐਵੇਂ ਨਹੀਂ ਸਨ ਗਵਾਉਂਦੇ। ਜਿਹੜੇ ਸਮੇਂ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਦਾ ਸਤਿਕਾਰ ਲੋਕ ਵੀ ਨਹੀਂ ਕਰਦੇ। ਹੁਣ ਯੋਧਿਆਂ ਦਾ ਸਤਿਕਾਰ ਕਰਨਾ, ਹੁਣ ਸਤਿਗੁਰੂ ਜੀ ਉੱਥੇ ਸਾਰਿਆਂ ਦਾ, ਜਿਵੇਂ ਕੀਰਤਨ ਵਾਲਿਆਂ ਦਾ, ਕਵੀਆਂ ਦਾ, ਕਵਿਸ਼ਰਾਂ ਦਾ, ਢਾਡੀਆਂ ਦਾ ਅਤੇ ਯੋਧਿਆਂ ਦਾ ਵੀ ਸਤਿਕਾਰ ਉਵੇਂ ਹੀ ਕਰਦੇ ਸੀ। ਯੋਧਿਆਂ ਦਾ ਤਾਂ ਵੱਧ ਕਰਦੇ ਸੀ ਸਤਿਗੁਰੂ ਜੀ, ਕਿਉਂਕਿ ਇਹਨਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਲੜਨਾ ਹੈ। ਹੁਣ ਸਤਿਗੁਰੂ ਜੀ ਦੀ ਆਯੂ 12 ਕੁ ਸਾਲ ਦੀ ਹੋ ਗਈ, ਪਰ ਅਰੋਗ ਸਰੀਰ ਉਮਰ ਤੋਂ ਵਡੇਰਾ ਲੱਗਣ ਲੱਗਾ। ਸਤਿਗੁਰੂ ਜੀ ਬਹੁਤ ਸੰਡੌਲ ਸਰੀਰ ਸੀ। ਦਿਨੋਂ ਦਿਨ ਸ਼ਿਕਾਰ ਦਾ ਪ੍ਰੇਮ ਵੀ ਬਹੁਤ ਵੱਧਦਾ ਗਿਆ ਸਤਿਗੁਰੂ ਜੀ ਨੂੰ। ਜਿੰਨਾ ਵੀ ਸਮਾਂ ਹੋਰ ਕੰਮਾਂ ਤੋਂ ਬਚਦਾ ਉਹ ਸ਼ਿਕਾਰ ਖੇਡਣ ਤੇ ਘੋੜੇ ਦੀ ਸਵਾਰੀ ਕਰਨ ਵਿੱਚ ਖਰਚ ਹੁੰਦਾ। ਸ਼ਿਕਾਰ ਖੇਡਣ ਦੇ ਨਾਲ ਨਾਲ ਸਤਿਗੁਰੂ ਜੀ ਨੇ ਭਾਵ ਕੀਤਾ ਕਿ ਸਾਰੇ ਦੇਸ਼ ਵਿੱਚੋਂ ਪਿਛਲੇ ਸਿੱਖਾਂ ਦੇ ਬਹਾਦਰ ਸਪੁੱਤਰਾਂ ਨੂੰ ਸੱਦ ਕੇ ਇੱਕ ਫੌਜੀ ਦਸਤਾ ਤਿਆਰ ਕਰਨਾ ਚਾਹੀਦਾ ਹੈ। ਨਾਲ ਹੀ ਜੋ ਯੁੱਧ ਸ਼ਾਸਤਰ ਵਿੱਦਿਆ ਤੋਂ ਜਾਣੂ ਸਿੱਖ ਆਉਣਗੇ ਉਹ ਹੋਰ ਸਿੱਖਾਂ ਨੂੰ ਅਭਿਆਸ ਕਰਾਉਣਗੇ। ਇੱਕ ਦਿਨ ਐਸਾ ਆਵੇਗਾ ਕਿ ਚੋਖੇ ਸਿੱਖ ਸ਼ਸਤਰਧਾਰੀ ਬਣ ਜਾਣਗੇ ਅਤੇ ਧਰਮ ਦੀ ਰਾਖੀ ਕਰਨਗੇ। ਮਹਾਰਾਜ ਕਹਿੰਦੇ ਤਲਵਾਰ ਤੋਂ ਬਿਨਾਂ ਧਰਮ ਦੀ ਰਾਖੀ ਨਹੀਂ ਹੁੰਦੀ। ਵਿਚਾਰ ਕਰਕੇ ਸਤਿਗੁਰੂ ਜੀ ਨੇ ਸਾਰੇ ਮਸੰਦਾਂ ਵੱਲ ਹੁਕਮਨਾਮੇ ਭੇਜੇ ਕਿ ਉਹ ਉਹਨਾਂ ਸਿੱਖ ਖਾਨਦਾਨਾਂ ਦਾ ਪਤਾ ਕਰਨ ਜਿਹੜੇ ਸਿੱਖ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਤਿਗੁਰਾਂ ਦੇ ਨਾਲ ਯੁੱਧਾਂ ਵਿੱਚ ਸ਼ਾਮਲ ਹੁੰਦੇ ਰਹੇ ਹਨ। ਉਹਨਾਂ ਦੇ ਪੁੱਤਰਾਂ ਨੂੰ ਛੇਤੀ ਅਨੰਦਪੁਰ ਭੇਜਿਆ ਜਾਵੇ। ਜੇਕਰ ਕੋਈ ਉਸ ਸਮੇਂ ਦਾ ਸਿੱਖ ਹੋਵੇ ਜਿਸ ਯੁੱਧਾਂ ਵਿੱਚ ਆਪ ਹਿੱਸਾ ਲਿਆ ਹੋਵੇ ਉਸ ਨੂੰ ਵੀ ਭੇਜ ਦਿੱਤਾ ਜਾਵੇ। ਸਾਰੇ ਦੇਸ਼ ਵਿੱਚੋਂ ਸੰਗਤਾਂ ਪਾਸੋਂ ਘੋੜੇ ਅਤੇ ਸ਼ਸਤਰ ਭੇਟਾ ਵਜੋਂ ਲਏ ਜਾਣ। ਹੁਣ ਜਿਹੜੇ ਸਿੱਖ ਨੌਜਵਾਨ ਅਨੰਦਪੁਰ ਰਹਿਣਾ ਚਾਹੁਣ ਉਸ ਨੂੰ ਰੱਖਿਆ ਜਾਵੇਗਾ ਅਤੇ ਉਹਦੇ ਖਰਚ ਗੁਰੂ ਕੇ ਭੰਡਾਰੇ ਵਿੱਚੋਂ ਹੋਣਗੇ। ਜਿਹੜੇ ਉਹਦਾ ਖਰਚ ਹੋਊਗਾ ਸਤਿਗੁਰੂ ਜੀ ਕਹਿੰਦੇ ਉਹ ਅਸੀਂ ਕਰਾਂਗੇ। ਉਹਨਾਂ ਨੂੰ ਇੱਥੇ ਰੱਖਾਂਗੇ ਰਹਿਣਾ ਚਾਹੁਣ ਤਾਂ। ਇਹ ਹੁਕਮਨਾਮਾ ਸਾਰੇ ਮਸੰਦਾਂ, ਗੁਰੂ ਘਰ ਦੇ ਪ੍ਰੇਮੀਆਂ, ਹੋਰ ਸਿੱਖਾਂ ਵੱਲ ਭੇਜ ਦਿੱਤਾ। ਜਦੋਂ ਸਤਿਗੁਰੂ ਜੀ ਦਾ ਹੁਕਮਨਾਮਾ ਮਿਲਿਆ ਤਾਂ ਸਾਰੇ ਪੜ੍ਹ ਕੇ ਪ੍ਰਸੰਨ ਹੋਏ, ਖੁਸ਼ ਹੋਏ। ਜਿਹੜੇ ਗੱਭਰੂ ਯੁੱਧ ਦਾ ਚਾਅ ਰੱਖਦੇ ਸਨ ਉਹਨਾਂ ਦਾ ਤਾਂ ਕਹਿਣਾ ਕੀ ਸੀ, ਉਹ ਪੁੱਠੀਆਂ ਛਾਲਾਂ ਮਾਰ ਲੱਗੇ ਵੀ ਸਤਿਗੁਰੂ ਜੀ ਨੇ ਸਾਨੂੰ ਸੱਦ ਲਿਆ। ਕਿਉਂਕਿ ਪਹਿਲੇ ਸਤਿਗੁਰਾਂ ਦੇ ਵੇਲੇ 6ਵੇਂ ਪਾਤਸ਼ਾਹ ਵੇਲੇ ਬਹੁਤ ਜੰਗ ਯੁੱਧ ਹੋਏ ਸੀ। ਉਹ ਤਾਂ ਪੁੱਠੀਆਂ ਛਾਲਾਂ ਮਾਰ ਲੱਗੇ। ਕਈਆਂ ਨੇ ਉਸ ਵੇਲੇ ਪਿਓ ਦਾਦੇ ਦੀਆਂ ਤਲਵਾਰਾਂ ਨੂੰ ਮਾਂਜ ਕੇ ਲਿਸ਼ਕਾਉਣਾ ਆਰੰਭ ਕਰ ਦਿੱਤਾ। ਜਿਹੜੇ ਉਹਨਾਂ ਦੇ ਪਿਤਾ ਚਾਹੇ ਉਹਨਾਂ ਦੇ ਦਾਦੇ 6ਵੇਂ ਪਾਤਸ਼ਾਹ ਦੇ ਨਾਲ ਜੰਗਾਂ ਯੁੱਧਾਂ 'ਚ ਲੜੇ ਸੀ, ਉਹਨਾਂ ਦੀਆਂ ਤਲਵਾਰਾਂ ਨੂੰ ਲਿਸ਼ਕਾਉਣ ਲੱਗੇ ਮਾਂਜ ਕੇ। ਸੋਢੀ ਸੂਰਜਮਲ ਦਾ ਪੋਤਾ ਸ਼ਿਆਮਦਾਸ, ਗੁਲਾਬ ਰਾਏ, ਨੰਦ ਚੰਦ, ਪ੍ਰੋਹਿਤ ਦਿਆ ਰਾਮ, ਸੰਘਾ ਦਲਜੀਤ ਅਤੇ ਬਲਜੀਤ, ਜੀਤਮਲ ਆਦਿਕ ਮੁਖੀ ਯੋਧੇ ਵੀ ਆ ਗਏ। ਇਹ ਸਾਰੇ ਮੁਖੀ ਸੀ।
ਸਤਿਗੁਰੂ ਜੀ ਨੇ ਸਾਰੇ ਆਏ ਯੋਧਿਆਂ ਦਾ ਬੜਾ ਸਤਿਕਾਰ ਕੀਤਾ, ਬਹੁਤ ਆਓ ਭਜਾ ਕਰੀ। ਉਹਨਾਂ ਲਈ ਖਾਲੀ ਥਾਂ ਵਿੱਚ ਤੰਬੂ ਲਵਾ ਦਿੱਤੇ। ਸ਼ਸਤਰ ਵਸਤਰ ਦਾ ਪੂਰਾ ਪ੍ਰਬੰਧ ਕਰ ਦਿੱਤਾ। ਸਾਰੇ ਯੋਧਾਂ ਦਾ ਅਭਿਆਸ ਕਰਦੇ ਹੋਏ ਸਰੀਰ ਨੂੰ ਕਮਾਉਣ ਲੱਗੇ। ਸਾਰਿਆਂ ਨੂੰ ਹੁਕਮ ਹੋਇਆ ਕਿ ਉਹ ਸੌਚੀ ਖੇਡਣ, ਘੋਲ ਕਰਨ ਅਤੇ ਗੱਤਕਾ ਆਦਿ ਦਾ ਹੁਨਰ ਸਿੱਖਣ। ਘਿਓ ਦੁੱਧ ਜਵਾਨਾਂ ਨੂੰ ਮੂੰਹ ਮੰਗਿਆ ਮਿਲੇਗਾ। ਸਰੀਰ ਦੀ ਕਸਰਤ ਕਰਨ ਵਾਸਤੇ ਇੱਕ ਵਿਆਮਸ਼ਾਲਾ ਵੀ ਖੋਲ੍ਹ ਦਿੱਤੀ ਗਈ, ਜਿਹਨੂੰ ਧਰਮਸ਼ਾਲਾ ਕਹਿੰਦੇ ਨੇ, ਰਹਿਣ ਬਹਿਣ ਵਾਸਤੇ। ਹੁਣ ਇੱਥੇ ਸਾਸਰ ਕਰਦਿਆਂ ਤੋਂ ਜਦੋਂ ਇਹ ਸਤਿਗੁਰੂ ਉਪਦੇਸ਼ ਕਰ ਰਹੇ ਸੀ ਤਾਂ ਦੀਵਾਨ ਲੱਗਾ ਕਿ ਰਿਛ ਆ ਗਿਆ, ਰਿਛ। ਹੁਣ ਦਿਨਾਂ ਦਾ ਪਿਛਲਾ ਪਹਿਰ ਸੀ। ਸਤਿਗੁਰੂ ਜੀ ਸ਼ਿਕਾਰ ਜਾਣ ਨੂੰ ਤਿਆਰ ਸਨ ਕਿ ਇੱਕ ਕਲੰਦਰ ਆ ਪੁੱਜਾ। ਕਲੰਦਰ ਕਹਿੰਦੇ ਜਿਹੜਾ ਤਮਾਸ਼ਾ ਕਰਦਾ। ਉਸ ਕਲੰਦਰ ਦੇ ਕੋਲ ਇੱਕ ਤਕੜਾ ਪਾਲਿਆ ਹੋਇਆ ਰਿਛ ਸੀ। ਉਹ ਰਿਛ ਦੇ ਨਕੇਲ ਪਾ ਕੇ ਉਸ ਨੂੰ ਨਚਾਉਂਦਾ ਫਿਰਦਾ ਅਤੇ ਪੈਸੇ ਮੰਗਦਾ ਸੀ ਰਿਛ ਦੀ ਕਮਾਈ ਦੇ। ਉਸਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਸ ਦੇ ਰਿਛ ਦਾ ਤਮਾਸ਼ਾ ਦੇਖਿਆ ਜਾਵੇ। ਮਹਾਰਾਜ, ਤੁਹਾਡਾ ਦੀਵਾਨ ਲੱਗਿਆ, ਸਿੱਖ ਬਹੁਤ ਬੈਠੇ ਆ, ਮੇਰੇ ਰਿਛ ਦਾ ਤਮਾਸ਼ਾ ਦੇਖੋ, ਮੈਂ ਤੁਹਾਨੂੰ ਕਰਕੇ ਦਿਖਾਉਣਾ ਹੈ। ਹੁਣ ਸਤਿਗੁਰੂ ਜੀ ਅਟਕ ਗਏ। ਕਲੰਦਰ ਰਿਛ ਦਾ ਤਮਾਸ਼ਾ ਕਰਨ ਲੱਗ ਪਿਆ। ਤਮਾਸ਼ਾ ਦੇਖਦਿਆਂ ਸਤਿਗੁਰੂ ਜੀ ਨੇ ਭਾਈ ਕੀਰਤਨੀਏ ਵੱਲ ਦੇਖਿਆ, ਜਿਹੜਾ ਕੀਰਤਨ ਕਰਦਾ ਸੀ ਅਤੇ ਚੌਰ ਕਰ ਰਿਹਾ ਸੀ। ਭਾਈ ਕੀਰਤਨੀਆ ਸਤਿਗੁਰੂ ਜੀ ਨੂੰ ਚੌਰ ਕਰ ਰਿਹਾ ਸੀ। ਉਹ ਹਜ਼ੂਰੀਆ ਸੇਵਕ ਸੀ। ਸਤਿਗੁਰਾਂ ਨੇ ਉਸ ਨੂੰ ਕਿਹਾ, ਭਾਈ ਕੀਰਤਨੀਆ, ਜਾਣਦਾ ਹੈ ਇਹ ਰਿਛ ਕੌਣ ਹੈ? ਅਤੇ ਨਾਲੇ ਸਤਿਗੁਰੂ ਜੀ ਹੱਸ ਪਏ। ਫਿਰ ਸਤਿਗੁਰੂ ਜੀ ਨੇ ਕਿਹਾ ਵੀ ਕੀਰਤਨੀਆ, ਜਾਣਦਾ ਇਹ ਕੌਣ ਹੈ? ਸੱਚੇ ਪਾਤਸ਼ਾਹ, ਮੈਂ ਕੀ ਜਾਣਾ, ਆਪ ਦੀ ਲੀਲਾ ਅਪਾਰ ਹੈ। ਭਾਈ ਕੀਰਤੀ ਨੂੰ ਅੱਗੋਂ ਉੱਤਰ ਦੇ ਦਿੱਤਾ। ਮਹਾਰਾਜ ਕਹਿੰਦੇ, ਇਹ ਰਿਛ ਤੇਰਾ ਬਾਪ ਸੋਭਾ ਰਾਮ ਹੈ। ਇਹਦਾ ਨਾਮ ਸੀ ਸਿੱਖ ਦਾ ਸੋਭਾ ਰਾਮ। ਇਹ ਤੇਰਾ ਬਾਪ ਆ, ਰਿਛ ਦੀ ਜੂਨੀ ਪਿਆ ਹੈ। ਸਤਿਗੁਰੂ ਜੀ ਨੇ ਮੁਸਕਰਾ ਕੇ ਆਖਿਆ। ਕੀਰਤਨੀਆ ਕਹਿੰਦਾ, ਹੈ ਮੇਰੇ ਪਿਤਾ ਜੀ, ਉਹ ਰਿਛ ਦੀ ਜੂਨੇ। ਇਹ ਗੱਲ ਤਾਂ ਹੈਰਾਨ ਕਰਨ ਵਾਲੀ ਹੈ ਮਹਾਰਾਜ, ਮੈਂ ਨਹੀਂ ਮੰਨ ਸਕਦਾ। ਕੀਰਤਨੀਆ ਮਹਾਰਾਜ ਨੂੰ ਕਹਿੰਦਾ, ਮੈਂ ਨਹੀਂ ਮੰਨਦਾ ਇਹ ਗੱਲ। ਇਹ ਤਾਂ ਗੱਲ ਹੀ ਹੈਰਾਨ ਕਰਨ। ਮੇਰਾ ਪਿਤਾ ਤਾਂ ਤੁਹਾਡਾ ਗੁਰੂ ਘਰ ਦਾ ਬਹੁਤ ਸੇਵਾ ਬਹੁਤ ਕਰਦਾ ਸੀ। ਭਾਈ ਕੀਰਤੀ ਨੂੰ ਚੌਰ ਕਰਨਾ ਭੁੱਲ ਗਿਆ। ਉਹ ਰਿਛ ਵੱਲ ਦੇਖਣ ਲੱਗ ਪਿਆ। ਉਹ ਬਹੁਤ ਇਸ ਗੱਲੋਂ ਹੈਰਾਨ ਸੀ ਕਿ ਉਹਦਾ ਪਿਤਾ ਸੋਭਾ ਰਾਮ ਤਾਂ ਗੁਰੂ ਘਰ ਦਾ ਬਹੁਤ ਪ੍ਰੇਮੀ, ਅਣਥੱਕ ਸੇਵਕ ਅਤੇ ਭਗਤ ਆਦਮੀ ਸੀ। ਹੁਣ ਭਾਈ ਕੀਰਤੀ ਨੇ ਫੇਰ ਕਿਹਾ, ਸੱਚੇ ਪਾਤਸ਼ਾਹੋ, ਮੇਰੇ ਪਿਤਾ ਨੇ ਤਾਂ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਹੈ। 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ ਅਤੇ 9ਵੇਂ ਪਾਤਸ਼ਾਹ ਕੋਲ ਰਹੇ ਅਤੇ ਗੁਰ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਵੀ ਸੁਣਿਆ ਕਰਦਾ ਸੀ। ਕੀ ਗੁਰੂ ਘਰ ਦੀ ਸੇਵਾ ਦਾ ਇਹੋ ਫਲ ਮਿਲਦਾ? ਕੀ ਮੈਂ ਰਿਛ ਦੀ ਜੂਨੇ ਪਵਾਂਗਾ? ਮੈਂ ਵੀ ਤੁਹਾਡੀ ਚੌਰ ਕਰਦਾ। ਇਹ ਸੁਣ ਕੇ ਸਤਿਗੁਰੂ ਜੀ ਖੁਸ਼ ਹੋਏ, ਮੁਸਕਰਾ ਪਏ। ਉਹਨਾਂ ਨੇ ਫਰਮਾਇਆ, ਮਨੁੱਖ ਕਰਮਾਂ ਦਾ ਖੱਟਿਆ ਖਾਂਦਾ। ਮਹਾਰਾਜ ਕਹਿੰਦੇ, ਜੈਸਾ ਕੋਈ ਕਰਮ ਕਰਦਾ ਹੈ ਤੈਸਾ ਹੀ ਫਲ ਭੋਗਦਾ ਹੈ। ਸਾਰੀ ਵਾਰਤਾ ਸੁਣੋ। ਇਹ ਰਿਛ ਬਣਿਆ ਕਿਵੇਂ? ਗੁਰੂ ਜੀ ਦੇ ਸਾਥ ਚੋਖੇ ਸਿੱਖ ਬੈਠੇ, ਬਹੁਤ ਸਿੱਖ ਬੈਠੇ ਸਨ। ਕੁਝ ਲੋਕ ਤਮਾਸ਼ਾ ਦੇਖਣ ਵਾਸਤੇ ਆ ਗਏ ਸ਼ਹਿਰ ਦੇ। ਹੁਣ ਸਤਿਗੁਰੂ ਦੇ ਬਚਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਜਿੰਨੇ ਵੀ ਲੋਕ ਸੁਣਦੇ ਸੀ। ਸਤਿਗੁਰੂ ਨੇ ਉਹ ਰਿਛ ਦੇ ਪੂਰਬਲੇ ਜਨਮ ਦੀ ਕਥਾ ਸੁਣਾਉਣੀ ਆਰੰਭ ਕਰ ਦਿੱਤੀ। ਮਹਾਰਾਜ ਕਹਿੰਦੇ, ਭਾਈ ਕੀਰਤਨੀਆ,
ਇਹ ਰਿਛ ਤੇਰਾ ਪਿਤਾ ਸੋਭਾ ਰਾਮ ਹੈ। ਇਹ ਠੀਕ ਹੈ, ਗੁਰਮੁਖ ਸੀ ਤੇ ਗੁਰੂ ਘਰ ਦੀ ਸੇਵਾ ਕਰਿਆ ਕਰਦਾ ਸੀ, ਪਰ ਇਸ ਨੇ ਇੱਕ ਵੱਡੀ ਭੁੱਲ ਕੀਤੀ ਸੀ, ਜਿਸ ਕਾਰਨ ਇਸ ਨੂੰ ਇਹ ਜੂਨ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਨੇ ਕਥਾ ਸੁਣਾਈ। ਇੱਕ ਦਿਨ ਭਾਈ ਸੋਭਾ ਰਾਮ ਕੜਾਹ ਪ੍ਰਸ਼ਾਦ ਵਰਤਾ ਰਿਹਾ ਸੀ। ਸੰਗਤ ਬਹੁਤ ਹੋਣ ਕਰਕੇ ਭੀੜ ਬਹੁਤ ਸੀ। ਉਸ ਸਮੇਂ ਭਾਈ ਧੰਨਾ ਜ਼ਿਮੀਂਦਾਰ ਪ੍ਰਸ਼ਾਦ ਲੈਣ ਵਾਸਤੇ ਆ ਗਿਆ। ਭਾਈ ਧੰਨਾ ਬਹੁਤ ਧਰਮੀ ਤੇ ਨੇਕ ਪੁਰਸ਼ ਸੀ। ਉਸਨੇ ਕਦੀ ਕਿਸੇ ਦੀ ਚੀਜ਼ ਨਹੀਂ ਸੀ ਚੁੱਕੀ ਤੇ ਨਾ ਕਿਸੇ ਦਾ ਬੁਰਾ ਤੱਕਿਆ ਸੀ। ਉਹ ਚੁਗਲੀ ਨਿੰਦਿਆ ਵੀ ਨਹੀਂ ਸੀ ਕਰਦਾ। ਹੰਕਾਰ ਤਾਂ ਕਦੀ ਉਸਦੇ ਲਾਗਿਓਂ ਵੀ ਸੀ ਨਹੀਂ ਲੰਘਿਆ। ਉਹ ਕਣਕ ਦਾ ਗੱਡਾ ਲੈ ਕੇ ਆਇਆ ਸੀ। ਉਹਦੇ ਲੀੜੇ ਮੈਲੇ ਸਨ। ਉਹਦੇ ਦਾੜੇ ਦੇ ਵਿੱਚ ਘੱਟਾ ਪਿਆ ਹੋਇਆ ਸੀ। ਪੱਗ ਢਿਲਕੀ ਹੋਈ ਸੀ ਤੇ ਅਣਧੋਤੇ ਵਾਲ ਖਿਲਰੇ ਪਏ ਸਨ। ਉਹ ਜਦੋਂ ਪ੍ਰਸ਼ਾਦ ਲੈਣ ਵਾਸਤੇ ਅੱਗੇ ਵਧਿਆ ਤਾਂ ਬਹੁਤ ਭੀੜ ਸੀ। ਉਸਨੇ ਨਿਮਰਤਾ ਨਾਲ ਭਾਈ ਸੋਭਾ ਰਾਮ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਪਹਿਲੇ ਪ੍ਰਸ਼ਾਦ ਦਿੱਤਾ ਜਾਵੇ ਤਾਂ ਕਿ ਉਹ ਗੱਡੇ ਦੇ ਨਾਲ ਜਾ ਸਕੇ, ਕਿਉਂਕਿ ਬਲਦਾਂ ਸਣੇ ਜੁੜਿਆ ਹੋਇਆ ਗੱਡਾ ਛੱਡ ਕੇ ਆਇਆ ਸੀ ਦੇਗ ਲੈਣ ਦਾ ਮਾਰਾ। ਉਸ ਦਾ ਗੱਡਾ ਸੁੰਝਾ ਹੈ, ਪਰ ਸੋਭਾ ਰਾਮ ਨੇ ਉਹਦੀ ਬੇਨਤੀ ਨੂੰ ਅਣਸੁਣਿਆ ਕਰ ਦਿੱਤਾ। ਸਗੋਂ ਬੜੇ ਕ੍ਰੋਧ ਨਾਲ ਕਿਹਾ, ਕਿਉਂ ਰਿਛ ਵਾਂਗੂ ਭੂਤਰਦਾ ਤੇ ਨਾਸਾਂ ਚੜਾਉਂਦਾ ਫਿਰਦਾ? ਪਰੇ ਰਹੋ, ਪ੍ਰਸ਼ਾਦ ਮਿਲ ਜਾਵੇਗਾ। ਆਪਣੀ ਸੂਰਤ ਨਹੀਂ ਵੇਖਦਾ ਜੋ ਰਿਛ ਵਾਂਗ ਹੈ ਤੇ ਅੰਨ੍ਹੇਵਾਹ ਕੜਾਹ ਪ੍ਰਸ਼ਾਦ ਲੈਣ ਵਾਸਤੇ ਅੱਗੇ ਵਧ ਰਿਹਾ ਹੈ। ਘੜੀ ਪਰ ਸਬਰ ਨਹੀਂ ਹੁੰਦਾ। ਇਹੋ ਜਿਹੀਆਂ ਗੱਲਾਂ ਤੇਰਾ ਪਿਤਾ ਬੋਲ ਗਿਆ ਸੋਭਾ ਧੰਨਾ ਰਾਮ ਨੂੰ। ਸੋਭਾ ਰਾਮ ਧੰਨੇ ਨੇ ਗੁੱਸਾ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ ਧੰਨੇ ਨੇ ਗੁੱਸਾ ਨਹੀਂ ਕੀਤਾ। ਉਹ ਧਰਤੀ ਉੱਤੇ ਡਿੱਗਾ ਹੋਇਆ ਕੜਾਹ ਪ੍ਰਸ਼ਾਦ ਦਾ ਕਿਣਕਾ ਚੁੱਕ ਕੇ ਤੁਰ ਗਿਆ। ਤੁਰਦਾ ਉਹ ਸਿਰਫ ਇਹੋ ਕਹਿ ਗਿਆ, ਤੂੰ ਹੀ ਰਿਛ ਹੋਵੇਂਗਾ। ਮੈਨੂੰ ਰਿਛ ਕਹਿਣਾ, ਕਿਉਂਕਿ ਜਿਹੜੀ ਇਹ ਗੱਲ ਕਹਿਤੀ ਸਰ ਆਮ ਬੰਦਾ ਗੱਲ ਮੋੜ ਦਿੰਦਾ। ਜਦੋਂ ਆਪਾਂ ਕਿਸੇ ਨੂੰ ਮਾੜੇ ਬਚਨ ਬੋਲਦੇ ਆ ਨਾ, ਉਹ ਕਈ ਵਾਰ ਬੰਦਾ ਜਿਹੜਾ ਗਰੀਬ ਹੁੰਦਾ ਉਹ ਮਗਰ ਬਚਨ ਹੀ ਆਪਣਾ ਮੋੜੀ ਜਾਂਦਾ ਹੁੰਦਾ, ਉੱਤੋਂ ਹੋਰ ਬਚਨ ਨਹੀਂ ਕਹਿੰਦਾ। ਹੁਣ ਜਿਹਨੂੰ ਕਿਹਾ ਕਿਉਂ ਰਿਛ ਵਾਂਗੂ ਟੱਪੀ ਜਾਂਦਾ, ਕਿਉਂ ਬੂਥਾ ਤੇਰਾ ਰਿਛ ਵਰਗਾ ਸ਼ਕਲ ਦੇਖ ਆਪਦੀ, ਉਹ ਕਹਿੰਦਾ ਤੂੰ ਮੈਨੂੰ ਕਹਿਣਾ ਤੂੰ ਹੀ ਹੋਵੇਂਗਾ। ਉਹਨੇ ਐਂ ਕਹਿਤਾ ਬਸ। ਧਰਮੀ ਸਿੱਖ ਦਾ ਬਚਨ ਸੱਤ ਹੋਇਆ। 8 ਸਾਲ ਹੋਏ ਨੇ ਸੋਭਾ ਰਾਮ ਨੇ ਕਾਸ਼ੀ ਦੇ ਨੇੜੇ ਜਾ ਕੇ ਪ੍ਰਲੋਕ ਗਮਨ ਕੀਤਾ ਤੇ ਰਿਛ ਦੀ ਜੂਨ ਪ੍ਰਾਪਤ ਹੋਈ। ਹੁਣ ਇਹ ਜੂਨ ਭੁਗਤ ਰਿਹਾ ਤੇਰਾ ਪਿਤਾ। ਇਹ ਸੁਣ ਕੇ ਕਲੰਦਰ ਝੱਟ ਬੋਲ ਪਿਆ, 7 ਸਾਲ ਹੋਏ ਸਨ ਜੀ ਮੈਂ ਇਸ ਨੂੰ ਕਾਸ਼ੀ ਦੇ ਜੰਗਲਾਂ ਵਿੱਚੋਂ ਫੜਿਆ ਸੀ। ਤਦੋਂ ਇਸ ਦੀ ਉਮਰ ਮਸਾਂ 1 ਸਾਲ ਦੀ ਸੀ। ਆਪ ਦੇ ਜਿਹੜੇ ਬਚਨ ਹੈ ਸੱਚ ਹੈ ਮਹਾਰਾਜ, ਮੈਂ ਬਾਬਾ ਛੋਟਾ ਹੀ ਹੁੰਦਾ ਫੜਿਆ ਇਹ ਜਿੱਥੇ ਸਤਸੰਗ ਹੋਵੇ ਉੱਧਰ ਬਹੁਤ ਜਾਂਦਾ ਹੈ, ਚੁੱਪਚਾਪ ਖਲੋਤਾ ਰਹਿੰਦਾ ਉੱਥੇ ਜਾ ਕੇ। ਇਹ ਹੁਣ ਸਤਿਗੁਰੂ ਨੇ ਬਚਨ ਕੀਤਾ, ਸਤ ਸੰਗਤ ਵਿੱਚ ਜੋ ਵੀ ਪੁਰਸ਼ ਜਾਂ ਨਾਰੀ ਬੈਠੇ ਉਹ ਸਾਰੇ ਹੀ ਦੇਵਤਾ ਰੂਪ ਹੋ ਜਾਂਦੇ ਹਨ। ਜਦੋਂ ਸਤ ਸੰਗਤ 'ਚ ਬੈਠੇ ਹੋਣ ਉਦੋਂ ਕਿਸੇ ਨੂੰ ਕਿਸੇ ਗੱਲ ਨਹੀਂ ਕਿਹਾ ਜਾ ਸਕਦਾ, ਕਿਸੇ ਨੂੰ ਵੀ ਕੋਈ ਗਲਤ ਗੱਲ ਨਹੀਂ ਕਹੀ ਜਾਂਦੀ, ਕਿਉਂਕਿ ਉਹ ਸਾਰੇ ਦੇਵਤੇ ਹੀ ਹੁੰਦੇ ਜਦੋਂ ਸਤਸੰਗ 'ਚ ਬੈਠੇ ਹੋਣ। ਚੋਰ, ਸਾਧ, ਠੱਗ, ਪਾਪੀ ਤੇ ਨਿੰਦਕ ਸਭ ਇੱਕ ਸਮਾਨ ਹੁੰਦੇ ਹਨ। ਕਿਸੇ ਨੂੰ ਮਾੜਾ ਨਹੀਂ ਜਾਣਨਾ ਚਾਹੀਦਾ। ਜਿਸ ਵੇਲੇ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਜਾਵੇ ਤਦੋਂ ਕਿਸੇ ਨੂੰ ਮੰਦਾ ਸ਼ਬਦ ਨਹੀਂ ਬੋਲਣਾ ਚਾਹੀਦਾ। ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਜੋ ਨਿੰਦਿਆ ਕਰਦਾ ਹੈ ਸੋ ਮਾੜਾ ਫਲ ਪਾਉਂਦਾ ਹੈ। ਭਾਈ ਕੀਰਤੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹੋ ਅਸੀਂ ਭੁੱਲੇ ਜੀਵ ਭੁੱਲਣਹਾਰ ਹਾਂ।
ਕਿਰਪਾ ਕਰੋ ਹੁਣ ਮੇਰੇ ਪਿਤਾ ਨੂੰ ਰਿਸ ਦੀ ਜੂਨੀ ਤੋਂ ਮੁਕਤ ਕਰਾਓ। ਇਸ ਦਾ ਦੁੱਖ ਮੈਂ ਨਹੀਂ ਦੇਖ ਸਕਦਾ। ਮੇਰਾ ਹਿਰਦਾ ਪਾਟ ਰਿਹਾ ਹੈ। ਮੈਨੂੰ ਧਰਤੀ ਵਿਹਲ ਨਹੀਂ ਦਿੰਦੀ। ਦਾਤਾ ਦਇਆ ਕਰੋ। ਹੇ ਕਿਰਪਾ ਦੇ ਸਾਗਰੋ, ਕਿਰਪਾ ਦ੍ਰਿਸ਼ਟੀ ਕਰੋ, ਇਸ ਦਾ ਕਲਿਆਣ ਹੋਵੇ। ਭਾਈ ਕੀਰਤਨੀਏ ਦੇ ਨੈਣ ਭਰ ਆਏ। ਉਹ ਸੱਚਮੁੱਚ ਹੀ ਰੋ ਪਿਆ। ਉਸ ਦੀ ਐਸੀ ਦਸ਼ਾ ਵੇਖ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਅਕਾਲ ਪੁਰਖ ਦੀ ਕਿਰਪਾ ਤੇਰੇ ਬਾਪ ਉੱਤੇ ਹੋ ਚੁੱਕੀ ਹੈ। ਉਹ ਇਸ ਕਰਕੇ ਕਿ ਇਹ ਬਹੁਤ ਪਛਤਾਇਆ ਹੈ। ਦੂਸਰਾ ਸਤਸੰਗਤ ਨੂੰ ਇਸ ਵਿਸਾਰਿਆ ਨਹੀਂ। ਅੱਜ ਇਹ ਇਸ ਕਰਕੇ ਇੱਥੇ ਪੁੱਜਾ ਹੈ ਕਿ ਇਹ ਰਿਸ ਜੂਨ ਵਿੱਚੋਂ ਮੁਕਤ ਹੋ ਜਾਵੇ। ਜਾਓ ਧਰਮਸ਼ਾਲਾ ਵਿੱਚੋਂ ਕੜਾਹ ਪ੍ਰਸ਼ਾਦ ਲਿਆਵੋ, ਹੁਣੇ ਹੀ ਇਹ ਮੁਕਤ ਹੋ ਜਾਵੇਗਾ। ਭਾਈ ਕੀਰਤਨੀਆ ਭਾਈ ਤੇਜੇ ਨੂੰ ਚੌਰ ਫੜਾ ਕੇ ਆਪ ਧਰਮਸ਼ਾਲਾ ਨੂੰ ਨੱਸ ਗਿਆ। ਉੱਥੋਂ ਕੜਾਹ ਪ੍ਰਸ਼ਾਦ ਲੈ ਕੇ ਆਇਆ। ਸਤਿਗੁਰੂ ਜੀ ਨੇ ਉਸ ਨੂੰ ਹੁਕਮ ਦਿੱਤਾ, ਸਤਿਨਾਮ ਵਾਹਿਗੁਰੂ ਆਖੋ। ਸਤਿਨਾਮ ਵਾਹਿਗੁਰੂ ਆ ਕੇ ਇਸ ਰਿਛ ਨੂੰ ਖਵਾ ਦੇਗਾ। ਭਾਈ ਕੀਰਤਨੀ ਨੇ ਰਿਛ ਨੂੰ ਪ੍ਰਸ਼ਾਦ ਛਕਾ ਦਿੱਤਾ। ਜਿਉਂ ਹੀ ਕੜਾਹ ਪ੍ਰਸ਼ਾਦ ਅੰਦਰ ਗਿਆ ਤੇ ਆਤਮਾ ਨਾਲ ਲੱਗਾ ਤਾਂ ਉਸੀ ਵੇਲੇ ਰਿਛ ਦਾ 5 ਭੂਤਕ ਸਰੀਰ ਧਰਤੀ ਉੱਤੇ ਡਿੱਗ ਪਿਆ। ਉਸ ਸਰੀਰ ਦੇ ਵਿੱਚੋਂ ਸੋਭਾ ਰਾਮ ਦੀ ਰੂਹ ਉੱਡੀ ਤੇ ਪੁਰਖ ਰੂਪ ਧਾਰ ਕੇ ਆਕਾਸ਼ ਮੰਡਲ ਵੱਲ ਚਲੀ ਗਈ। ਉਸ ਨੂੰ ਜਾਂਦਿਆਂ ਹੋਇਆਂ ਕੁਝ ਗੁਰਮੁਖਾਂ ਨੇ ਦੇਖਿਆ। ਸਾਰੇ ਸਤਿਗੁਰੂ ਜੀ ਦਾ ਜਸ ਗਾਉਣ ਲੱਗੇ। ਰਿਛ ਗਰੀਬ ਕਲੰਦਰ ਦੀ ਰੋਜੀ ਕਮਾਉਣ ਦਾ ਆਸਰਾ ਸੀ। ਰਿਛ ਮਰਿਆ ਦੇ ਕੇ ਉਹ ਧਾਹੀ ਮਾਰਨ ਲੱਗ ਪਿਆ। ਉਸਨੇ ਰੋਂਦਿਆਂ ਹੋਇਆਂ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ, ਹੇ ਦਾਤਾ, ਮੈਂ ਲੁੱਟਿਆ ਗਿਆ। ਮੇਰਾ ਨਿੱਕਾ ਨਿੱਕਾ ਬਾਲ ਬੱਚਾ ਭੁੱਖਾ ਮਰ ਜਾਵੇਗਾ, ਕੀ ਕਰਾਂ। ਸਤਿਗੁਰੂ ਜੀ ਨੇ ਕਲੰਦਰ ਨੂੰ ਉਪਦੇਸ਼ ਦਿੱਤਾ ਤੇ ਨਾਲ ਹੀ ਗੁਰੂ ਭੰਡਾਰੇ ਵਿੱਚੋਂ ਕੁਝ ਮਾਇਆ ਦਵਾ ਕੇ ਖੁਸ਼ ਕਰ ਦਿੱਤਾ। ਉਹ ਸਤਿਗੁਰੂ ਦੇ ਗੁਣ ਗਾਉਂਦਾ ਹੋਇਆ ਆਪਣੇ ਵਤਨ ਨੂੰ ਚਲਿਆ ਗਿਆ। ਇਹ ਸਾਸੰਗ ਜਿਹੜੀ ਸਾਖੀ ਆ ਇਉਂ ਦਰਸਾਉਂਦੀ ਹੈ ਕਿ ਜਦੋਂ ਆਪਾਂ ਗੁਰੂਦੁਆਰੇ ਦੇ ਵਿੱਚ ਕਿਤੇ ਵੀ ਸੇਵਾ ਕਰਦੇ ਹੋਈਏ, ਕਿਸੇ ਨੂੰ ਮੰਦਾ ਵਚਨ ਨਹੀਂ ਬੋਲੀਦਾ। ਚਾਹੇ ਕਹੇ ਜਾ ਵੀ ਆਦਮੀ ਕੋਈ ਬੈਠਾ ਹੋਵੇ, ਪਾਪੀ, ਖਪਾ, ਸ਼ਰਾਬੀ, ਕੋਈ ਵੀ ਬੈਠਾ ਹੋਵੇ, ਉਹ ਜਦੋਂ ਸਤਸੰਗ ਦੇ ਬੈਠਾ ਤੇ ਉਹ ਦੇਵਤਾ ਹੈ। ਜਦੋਂ ਬਾਹਰ ਜਾਵੇਗਾ ਉਦੋਂ ਜੋ ਤੇਰੀ ਮਰਜ਼ੀ ਕਹਿ ਲਵੀਂ, ਹੁਣ ਉਹ ਸਤਸੰਗ ਦੇ ਵਿੱਚ ਬੈਠਾ ਹੈ। ਕਦੇ ਵੀ ਕਿਸੇ ਨੂੰ ਮਾੜਾ ਬਚਨ ਨਹੀਂ ਬੋਲਣਾ ਚਾਹੀਦਾ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਜੀ ਨੇ ਰਿਛ ਦੀ ਜੂਨੀ ਦਾ ਆਧਾਰ ਕੀਤਾ ਅਤੇ ਫਿਰ ਸਿੱਖ ਸੰਗਤਾਂ ਦਾ ਸਤਿਗੁਰੂ ਜੀ ਨਾਲ ਪ੍ਰੇਮ। ਹੁਣ ਸਤਿਗੁਰੂ ਜੀ 15 ਸਾਲ ਦੀ ਆਯੂ ਵਿੱਚ ਸੁੰਦਰ ਜਵਾਨ ਹੋ ਗਏ। ਚਿਹਰੇ ਦਾ ਨੂਰ ਝੱਲਿਆ ਨਹੀਂ ਸੀ ਜਾਂਦਾ। ਪੂਰੇ ਵਿਦਵਾਨ ਤੇ ਪੂਰੇ ਸ਼ਸਤਰਧਾਰੀ ਬਣ ਗਏ। ਫਾਰਸੀ ਤੇ ਭਾਸ਼ਾ ਵਿੱਚ ਕਵਿਤਾ ਦਾ ਉਚਾਰਨ ਵੀ ਕਰਨ ਲੱਗ ਪਏ। ਘੋੜੇ 'ਤੇ ਸਵਾਰ ਹੋ ਕੇ ਜਿਗਾ ਕਲਗੀ ਸੰਜਾ ਕੇ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ ਅਨੰਦਪੁਰ ਦੇ ਚਕਿਰਦੇ ਦੀਆਂ ਪਹਾੜੀਆਂ ਵਿੱਚ ਸ਼ਿਕਾਰ ਖੇਡਣ ਜਾਂਦੇ। ਦਿਨੋਂ ਦਿਨ ਪ੍ਰਤਾਪ ਵੱਧਦਾ ਜਾਂਦਾ ਸੀ। ਹੁਣ 3 ਸਾਲਾਂ ਦੇ ਸਮੇਂ ਵਿੱਚ ਸਤਿਗੁਰੂ ਜੀ ਦੇ ਪਾਸ ਤਕਰੀਬਨ 500 ਜਵਾਨ ਐਸਾ ਤਿਆਰ ਹੋ ਗਿਆ ਜੋ ਲੋੜ ਪੈਣ 'ਤੇ ਦੁਸ਼ਮਣ ਨਾਲ ਲੋਹਾ ਲੈ ਸਕਦਾ ਸੀ। ਉਹਨਾਂ ਦੀਆਂ ਵਰਦੀਆਂ ਸੰਤ ਸਿਪਾਹੀਆਂ ਵਰਗੀਆਂ ਸਨ। ਇੱਕ ਹੱਥ ਮਾਲਾ ਤੇ ਦੂਸਰੇ ਹੱਥ ਤਲਵਾਰ ਸੀ। ਗੋਲ ਦਸਤਾਰਾਂ ਉੱਤੇ ਚੱਕਰ ਬਿਜਲੀ ਦੀ ਨਿਆਈ ਲਿਸ਼ਕਦੇ ਸਨ। ਜਿਸ ਸਮੇਂ ਸਾਰੇ ਜਵਾਨ ਘੋੜਿਆਂ 'ਤੇ ਸਵਾਰ ਹੋ ਕੇ 2-2 ਦੀ ਕਤਾਰ ਵਿੱਚ ਚੱਲਦੇ
ਤਾਂ ਧਰਤੀ ਦਾ ਦਿਲ ਧੜਕਦਾ। ਲੋਕ ਦੇਖ ਕੇ ਹੈਰਾਨ ਹੁੰਦੇ ਸਨ। ਗੱਲ ਕੀ ਅਕਾਲ ਪੁਰਖ ਦੀ ਮਿਹਰ ਨਾਲ ਸਤਿਗੁਰੂ ਜੀ ਦਾ ਪ੍ਰਤਾਪ ਦਿਨ ਬ ਦਿਨ ਵੱਧਦਾ ਜਾਂਦਾ ਸੀ। ਕਵੀ, ਦੀਵਾਨ, ਰਾਗੀ, ਸੰਤ ਅਤੇ ਸੂਰਬੀਰ ਯੋਧੇ ਦੂਰ ਦੂਰ ਤੋਂ ਆਉਂਦੇ ਸਤਿਗੁਰੂ ਜੀ ਦੇ ਪਾਸ ਰਹਿੰਦੇ ਸਨ। ਸੰਗਤਾਂ ਬਹੁਤ ਹੀ ਪ੍ਰੇਮ ਕਰਦੀਆਂ ਸਨ। ਕਾਬਲ ਦੀ ਸੰਗਤ ਆਈ। ਸੰਗਤ ਦੇ ਵਿੱਚ ਇੱਕ ਦੁਨੀ ਚੰਦ ਅਮੀਰ ਸਿੱਖ ਸੀ। ਉਸਨੇ ਸਤਿਗੁਰੂ ਜੀ ਦੇ ਵਾਸਤੇ ਇੱਕ ਤੰਬੂ ਤਿਆਰ ਕਰਵਾ ਕੇ ਲਿਆਂਦਾ, ਜਿਸ ਨਾਲ ਤੰਬੂ ਸ਼ਾਇਦ ਕਿਸੇ ਰਾਜੇ ਮਹਾਰਾਜੇ ਪਾਸ ਵੀ ਨਹੀਂ ਸੀ। ਉਸ ਤੰਬੂ ਨੂੰ ਖੁੱਲ੍ਹੇ ਮੈਦਾਨ ਵਿੱਚ ਲਾ ਕੇ ਦੇਖਿਆ ਗਿਆ। ਜਿਸ ਨੇ ਵੀ ਤੰਬੂ ਦੇ ਦਰਸ਼ਨ ਕੀਤੇ ਉਹ ਹੀ ਦੰਗ ਰਹਿ ਗਿਆ। ਉਸ ਤੰਬੂ ਦੇ ਉੱਤੇ ਜਾਨਵਰਾਂ ਦੀਆਂ ਤਸਵੀਰਾਂ ਸੂਈ ਧਾਗੇ ਨਾਲ ਕੱਢੀਆਂ ਹੋਈਆਂ ਸਨ। ਸੰਗਤ ਬਹੁਤੀ ਆਉਣ 'ਤੇ ਨਿਤ ਦਿਨ ਅਨੰਦਪੁਰ ਰੌਣਕ ਲੱਗਣ ਲੱਗ ਪਈ, ਜਿਸ ਕਰਕੇ ਸਤਿਗੁਰੂ ਜੀ ਨੇ ਹੁਕਮ ਦਿੱਤਾ ਕਿ ਖੁੱਲ੍ਹੀਆਂ ਇਮਾਰਤਾਂ ਉਸਾਰੀਆਂ ਜਾਣ। ਹੁਕਮ ਦੇਣ ਦੀ ਢਿੱਲ ਸੀ, ਉਸੀ ਵੇਲੇ ਪੱਠੇ ਚੜ੍ਹ ਗਏ, ਚੂਨੇ ਪੀਸਣੇ ਸ਼ੁਰੂ ਹੋ ਗਏ। ਰਾਜ ਮਜ਼ਦੂਰ ਪ੍ਰੇਮ ਸੇਵਾ ਕਰਨ ਵਾਸਤੇ ਆ ਪੁੱਜੇ। ਹਰ ਇੱਕ ਦੇ ਹਿਰਦੇ ਵਿੱਚ ਇਹ ਤੀਬਰ ਇੱਛਾ ਸੀ ਕਿ ਉਹ ਗੁਰੂ ਘਰ ਤੇ ਸੰਗਤ ਦੀ ਸੇਵਾ ਕਰਕੇ ਤਨ ਤੇ ਮਨ ਸਫਲ ਕਰਨ। ਅਨੇਕਾਂ ਸਿੱਖ ਐਸੇ ਆ ਪੁੱਜੇ ਜੋ ਸਤਿਗੁਰੂ ਦੇ ਸਿੱਖਾਂ ਦੇ ਘੋੜਿਆਂ ਵਾਸਤੇ ਹਰਿਆ ਹਰਿਆ ਘਾਹ ਖੋਦ ਕੇ ਲਿਆਉਣ ਲੱਗ ਪਏ। ਹਰ ਪ੍ਰਕਾਰ ਦਾ ਪਰਮਾਰਥ ਪਦਾਰਥ ਅਨੰਦਪੁਰ ਦੀ ਨਗਰੀ ਵਿੱਚੋਂ ਪ੍ਰਾਪਤ ਹੋਣ ਲੱਗ ਪਿਆ। ਅਨੰਦਪੁਰ ਦੇ ਉੱਤਰ ਪੂਰਬ ਵੱਲ ਪਹਾੜੀ ਹਿੰਦੂ ਰਿਆਸਤਾਂ ਸਨ। ਨਿੱਕੇ ਨਿੱਕੇ ਥਾਈਂ ਦੇ ਕਰੀਬ ਰਾਜੇ ਸਨ। ਉਹ ਸਾਰੇ ਮੁਗਲ ਬਾਦਸ਼ਾਹ ਪਾਸੋਂ ਬਹੁਤ ਡਰਦੇ ਸਨ। ਸਾਧ ਸੰਗਤ ਜੋ ਇੱਥੋਂ ਦੀ ਕਥਾ ਵਿਚਾਰ ਹੈ